ਸਤਿ ਸ਼੍ਰੀ ਅਕਾਲ। ਪ੍ਰਾਊਡ ਸਿੱਖ ਐਂਟਰਪ੍ਰੈਨਿਓਰ ਦੇ ਅੱਜ ਦੇ ਸਫ਼ਰ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਤੁਹਾਡੇ ਨਾਲ ਅਸਮਤਾ ਸਿੰਘ ਮਲਿਕ ਤੇ ਅੱਜ ਦੇ ਸਫ਼ਰ ਵਿੱਚ ਸਾਡੇ ਨਾਲ ਜੁੜ ਰਹੇ ਹਨ ਡਾਕਟਰ ਪਰਮੀਤ ਸਿੰਘ ਚੱਡਾ ਜੋ ਕਿ ਵਰਲਡ ਐਕਸਪੋਰਟਸ ਦੇ CEO ਹਨ ਅਤੇ ਨਾਲ ਹੀ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਫਾਊਂਡਰ ਅਤੇ ਪ੍ਰੈਜ਼ੀਡੈਂਟ ਵੀ। ਸਤਿ ਸ਼੍ਰੀ ਅਕਾਲ ਪਰਮੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਰਮੀਤ ਜੀ, ਅੱਜ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ। ਸ਼ੁਰੂਆਤ ਆਪਾਂ ਕਰਾਂਗੇ ਜਦੋਂ ਤੁਹਾਡੀ ਪ੍ਰੋਫੈਸ਼ਨਲ ਲਾਈਫ ਦੀ ਸ਼ੁਰੂਆਤ ਹੋਈ 25 ਸਾਲ ਪਹਿਲਾਂ, ਉਸ ਦੇ ਨਾਲ ਜੁੜਿਆ ਕੁਝ ਕਿੱਸਾ। ਇਸ ਤਰ੍ਹਾਂ ਪ੍ਰੋਫੈਸ਼ਨਲ ਲਾਈਫ ਤੇ ਉਸ ਤੋਂ ਪਹਿਲੇ ਸ਼ੁਰੂ ਹੋਈ ਸੀ। ਮੈਂ 14 ਇਅਰਸ ਦਾ ਹੈਗਾ ਸੀ ਤਾਂ ਤੋਂ ਆਪਣੇ ਫਾਦਰ ਸਾਹਿਬ ਦੇ ਨਾਲ ਬਿਜ਼ਨਸ ਸ਼ੁਰੂ ਕਰ ਰਿਹਾ, ਮਤਲਬ ਕੀਤਾ ਹੋਇਆ ਹੈ। ਬਟ 1995 ਜਦ ਮੈਂ ਸਕੂਲ ਮੇਰਾ ਖਤਮ ਹੋਇਆ ਉਸ ਤੋਂ ਬਾਅਦ ਮੈਂ ਫੁੱਲ ਟਾਈਮ ਬਿਜ਼ਨਸ ਵਿੱਚ ਉਤਰ ਗਿਆ, ਕਿਉਂਕਿ ਜਦ ਮੇਰੇ ਸਕੂਲ ਦੇ ਕਲਾਸਮੇਟਸ ਜੌਬ ਕਰਦੇ ਹੁੰਦੇ ਸੀ ਤੇ ਮੈਂ ਉਸੇ ਟਾਈਮ ਇੱਕ ਐਂਟਰਪ੍ਰੈਨਿਓਰ, ਮੈਨੂੰ ਆਪਣੇ ਫਾਦਰ ਤੋਂ ਸ਼ਖਸੀਅਤ ਮਤਲਬ ਉਹਨਾਂ ਨੂੰ ਇੱਕ ਇੰਸਪੀਰੇਸ਼ਨ ਮਿਲੀ ਕਿ ਬਈ ਐਂਟਰਪ੍ਰੈਨਿਓਰ ਬਣਨਾ ਹੈ। ਸੋ ਮੇਰੀ ਤਾਂ ਤੋਂ ਹੀ ਇੱਕ ਐਂਟਰਪ੍ਰੈਨਿਓਰਲ ਜਰਨੀ 1995 ਤੋਂ ਇਮੀਡੀਏਟਲੀ ਸਕੂਲ ਖਤਮ ਹੋਣ ਤੋਂ ਬਾਅਦ ਸ਼ੁਰੂ ਹੋ ਗਈ ਜੀ। ਤੁਸੀਂ ਕੁਝ ਮੰਨਦੇ ਹੋ ਸਕਸੈਸ ਦਾ ਕੁਝ ਖਾਸ ਮੰਤਰਾ ਹੁੰਦਾ ਹੈ? ਸਕਸੈਸ ਦਾ ਮੰਤਰਾ ਜੀ ਇੱਕ ਹਰ ਸਕਸੈਸਫੁਲ ਬਿਜ਼ਨਸਮੈਨ ਜਾਂ ਐਂਟਰਪ੍ਰੈਨਿਓਰ ਦੀ ਇੱਕੋ ਹੀ ਮੰਤਰਾ ਹੈ, ਹਾਰਡ ਵਰਕ, ਡੈਡੀਕੇਸ਼ਨ, ਪਰਸਿਸਟੈਂਸ ਔਰ ਬਸ ਚਲਦੇ ਜਾਓ ਬਸ, ਔਰ ਉੱਪਰ ਵਾਲੇ ਤੇ ਆਪਣਾ ਵਿਸ਼ਵਾਸ ਰੱਖੋ। ਜਿਹੜਾ ਇਹ ਸਭ ਚੀਜ਼ਾਂ ਫੋਲੋ ਕਰਦਾ ਹੈ ਤੇ ਉਹ ਸਕਸੈਸ ਪਾ ਹੀ ਲੈਂਦਾ ਹੈ। ਤੁਹਾਨੂੰ ਕਦੀ ਵੀ ਪਹਿਲੇ ਸਾਲ, ਦੂਜੇ ਸਾਲ ਜਾਂ ਇੱਕਦਮ ਇਮੀਡੀਏਟ ਕਦੀ ਸਕਸੈਸ ਨਹੀਂ ਮਿਲੇਗੀ, ਬਟ ਤੁਸੀਂ ਆਪਣੇ ਮੈਂਟਰਸ ਨੂੰ ਫੋਲੋ ਕਰਦੇ ਜਾਓ। ਮੈਂਟਰਸ ਤੁਹਾਡੇ ਫਾਦਰ ਵੀ ਹੋ ਸਕਦੇ ਨੇ, ਤੁਹਾਡੇ ਦੋਸਤ, ਤੁਹਾਡੇ ਜਿਹੜੇ ਤੁਹਾਨੂੰ ਸਿਖਾਉਂਦੇ ਨੇ, ਟੀਚਰ ਨੇ, ਕੋਈ ਵੀ ਹੋ ਸਕਦੇ ਨੇ। ਉਹਨਾਂ ਨੂੰ ਫੋਲੋ ਕਰੀ ਜਾਓ, ਉਹ ਤੁਹਾਨੂੰ ਤੁਹਾਡੀ ਗਲਤੀਆਂ ਪੂਰੀਆਂ ਕਰਦੇ ਰਹਿਣਗੇ ਐਂਡ ਤੁਸੀਂ ਅੱਗੇ ਗਰੋ ਕਰਦੇ ਜਾਓਗੇ। ਤੇ ਸਕਸੈਸ ਨੂੰ ਡਿਫਾਈਨ ਕਿਸ ਤਰ੍ਹਾਂ ਕਰੋਗੇ ਤੁਸੀਂ? ਸਕਸੈਸ ਦੇਖੋ, ਪੈਸੇ ਨਾਲ ਕਦੀ ਨਹੀਂ ਕਾਊਂਟ ਹੁੰਦੀ। ਸਕਸੈਸ ਤਾਂ ਤੁਸੀਂ ਅਚੀਵ ਕਰ ਸਕਦੇ ਹੋ ਜਦ ਜਿਹੜਾ ਕਿ ਚੀਜ਼ ਤੁਸੀਂ ਸਭ ਤੋਂ ਜ਼ਿਆਦਾ ਪਸੰਦ ਕਰਦੇ ਹੋ, ਮਤਲਬ ਉਹ ਤੁਸੀਂ ਪਾ ਲੈਂਦੇ ਹੋ ਤਾਂ ਤੁਸੀਂ ਸਕਸੈਸ ਪਹੁੰਚ ਸਕਦੇ ਹੋ। ਜਿਵੇਂ ਪੈਸਾ, ਕਈ ਲੋਕ ਥੋੜਾ ਪੈਸਾ ਪਾ ਲੈਂਦੇ ਨੇ, ਉਹ ਸੋਚਦੇ ਨੇ ਕਿ ਮੇਰੀ ਸਕਸੈਸ ਪੂਰੀ ਹੋ ਗਈ ਹੈ, ਬਟ ਮੇਰੇ ਵਾਸਤੇ ਸਕਸੈਸ ਇੱਕ ਹੈ ਕਿ ਜਦ ਤੁਸੀਂ ਆਪਣੇ ਪੈਸ਼ਨ ਨੂੰ ਪੂਰਾ ਕਰ ਲੈਂਦੇ ਹੋ ਕਿ ਵੀ ਸਭ ਤੋਂ ਪਹਿਲੇ ਆਪਣਾ ਪੈਸਾ ਕਮਾ ਕੇ ਉਹਦੇ ਬਾਅਦ ਤੁਸੀਂ ਸੁਸਾਇਟੀ ਵਾਸਤੇ ਕੀ ਕਰ ਸਕਦੇ ਹੋ ਜਾਂ ਤੁਸੀਂ ਆਪਣੀ ਫੈਮਿਲੀ ਵਾਸਤੇ ਕੀ ਕਰ ਰਹੇ ਹੋ, ਆਪਣੀ ਫੈਮਿਲੀ ਨੂੰ ਟਾਈਮ ਦੇ ਪਾ ਰਹੇ ਹੋ, ਨਹੀਂ ਦੇ ਪਾ ਰਹੇ, ਤੇ ਉਹ ਸਕਸੈਸ ਹੈ। ਤੇ ਡਾਕਟਰ ਪਰਮੀਤ ਸਿੰਘ ਚੱਡਾ ਕਿੰਨੇ ਘੰਟੇ ਕੰਮ ਕਰਦੇ ਆ? ਇਸ ਤਰ੍ਹਾਂ ਹੁਣ ਤੇ ਘੰਟੇ ਘੱਟ ਗਏ ਨੇ। ਮੈਨੂੰ ਯਾਦ ਹੈ ਮੈਂ 16 ਤੋਂ 18 ਘੰਟੇ ਕੰਮ ਕਰਦਾ ਸੀ। ਮੇਰੀ ਮਦਰ ਮੇਰੇ ਨਾਲ ਲੜਾਈ ਕਰਦੀ ਸੀ ਕਿ ਤੂੰ ਪਾਗਲ ਹੋ ਗਿਆ, ਬਟ ਹੁਣ ਵੀ 12-13 ਘੰਟੇ ਤੋਂ ਜ਼ਿਆਦਾ ਹੁਣ ਕੰਮ ਨਹੀਂ ਹੁੰਦਾ। ਹੁਣ ਏਜ ਹੋ ਗਈ ਹੈ ਤੇ ਹੁਣ 12-13 ਘੰਟੇ ਕੰਮ ਕਰ ਲੈਂਦੇ ਆ। ਪਹਿਲੇ ਤਾਂ 16 ਘੰਟੇ 18 ਘੰਟੇ ਕੰਮ ਕਰਦੇ ਸੀ। ਤੇ ਸੋਰਸ ਆਫ ਇਨਸਪੀਰੇਸ਼ਨ, ਸੋਰਸ ਆਫ ਮੋਟੀਵੇਸ਼ਨ, ਸੋਰਸ ਆਫ એનર્ਜੀ, ਉਹ ਕੀ ਹੈ ਤੁਹਾਡਾ? ਸੋਰਸ ਆਫ ਇਨਸਪੀਰੇਸ਼ਨ ਸਭ ਤੋਂ ਪਹਿਲੇ ਤੇ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨੇ, ਤੇ ਜਦ ਤੁਸੀਂ ਪੜ੍ਹੋ ਉਹਨਾਂ ਵਿੱਚੋਂ ਗਿਆਨ ਲਓ ਤੇ ਉਸ ਤੋਂ ਜ਼ਿਆਦਾ ਤੇ ਕੋਈ ਸੋਰਸ ਆਫ ਇਨਸਪੀਰੇਸ਼ਨ ਹੋ ਹੀ ਨਹੀਂ ਸਕਦੇ। ਉਸ ਤੋਂ ਬਾਅਦ ਜਿਹੜੇ ਵੀ ਸਾਡੇ ਜਿਨ੍ਹਾਂ ਨੇ ਕੁਝ ਅਚੀਵ ਕੀਤਾ ਹੈ, ਚਾਹੇ ਉਹ ਫੇਸਬੁੱਕ ਦੇ ਫਾਊਂਡਰ ਹੈਗੇ ਨੇ, ਚਾਹੇ ਉਹ ਮੈਕਡੋਨਲਡ ਦੇ ਫਾਊਂਡਰ ਹੈਗੇ ਨੇ, ਮੈਨੂੰ ਇਨਸਪੀਰੇਸ਼ਨਲ ਵੀਡੀਓਜ਼ ਦੇਖਣ ਦਾ ਬੜਾ ਸ਼ੌਕ ਹੈ। ਤੇ ਮੈਂ 2014 ਵਿੱਚ ਜਦ ਇਨਸਪੀਰੇਸ਼ਨਲ ਵੀਡੀਓਜ਼ ਦੇਖਣਾ ਸ਼ੁਰੂ ਕੀਤਾ ਸੀ ਤੇ ਦਿਨ ਦੇ 6-6 ਘੰਟੇ ਮੈਂ ਇਨਸਪੀਰੇਸ਼ਨਲ ਵੀਡੀਓਜ਼ ਦੇਖਣਾ ਸ਼ੁਰੂ ਕਰ ਦਿੱਤਾ ਸੀ। ਤੇ ਮੈਂ ਕੋਈ ਇਸ ਤਰ੍ਹਾਂ ਦਾ ਬਾਇਓਗ੍ਰਾਫੀ ਨਹੀਂ ਹੈ, ਆਟੋਬਾਇਓਗ੍ਰਾਫੀ ਨਹੀਂ ਹੈ ਜਿਹੜੀ ਮੈਂ ਨਾ ਪੜ੍ਹੀ ਹੋਏ। ਸੋ ਇਹ ਜਿਹੜੇ ਮਹਾਨ ਲੋਕ ਨੇ, ਇਹਨਾਂ ਦੀ ਬਾਇਓਗ੍ਰਾਫੀ ਪੜ੍ਹਦੇ ਅੱਜ ਮੈਂ ਇੱਥੇ ਤੱਕ ਪਹੁੰਚ ਗਿਆ ਕਿ ਕਿਉਂਕਿ ਪਤਾ ਲੱਗ ਗਿਆ ਕਿ ਸਭ ਦੀ ਜਰਨੀ ਸੇਮ ਹੈ। ਸਭ ਉੱਪਰ ਜਾਣਗੇ, ਸਭ ਨੀਚੇ ਗਿਰਨਗੇ, ਸਭ ਉੱਪਰ ਜਾਣਗੇ, ਸਭ ਨੀਚੇ ਗਿਰਨਗੇ। ਸੋ ਜਿੰਨਾ ਤੁਸੀਂ ਨੀਚੇ ਗਿਰੋਗੇ ਤੁਸੀਂ ਉਨਾ ਹੀ ਉੱਪਰ ਜਾਓਗੇ। ਸੋ ਇਹੀ ਸੋਰਸ ਆਫ ਇਨਸਪੀਰੇਸ਼ਨ ਹੈ। ਯਾਨੀ ਤੁਸੀਂ ਮੰਨਦੇ ਹੋ ਕਿਸੇ ਦੀ ਲਾਈਫ ਅਪਸ ਐਂਡ ਡਾਊਨਸ ਤੋਂ ਬਿਨਾਂ ਕੰਪਲੀਟ ਨਹੀਂ ਹੁੰਦੀ, ਹੋ ਹੀ ਨਹੀਂ ਸਕਦੀ। ਤੇ ਅਗਰ ਡਾਕਟਰ ਪਰਮੀਤ ਸਿੰਘ ਚੱਡਾ ਤੋਂ ਪੁੱਛਿਆ ਜਾਵੇ ਤਾਂ ਉਹਨਾਂ ਦੇ ਤੁਹਾਡੇ ਜੀਵਨ ਦੇ ਉਤਾਰ ਚੜਾਵ ਕੀ ਰਹੇ? ਬਹੁਤ ਉਤਾਰ ਚੜਾਵ ਰਹੇ ਨੇ। ਮਤਲਬ ਮੈਂ 1995 ਵਿੱਚ ਮਤਲਬ ਪਹਿਲੇ ਹੀ 2 ਸਾਲ ਵਿੱਚ ਇੰਨਾ ਪੈਸਾ ਕਮਾ ਲਿੱਤਾ ਸੀ ਕਿ ਪਰਮਾਤਮਾ ਦੀ ਬੜੀ ਦਇਆ ਰਹੀ। ਚੱਲਦੀ ਹੀ ਰਹੀ, ਜਰਨੀ ਚੱਲਦੀ ਰਹੀ, ਕੰਮ ਵਧਾਉਂਦੇ ਰਹੇ। 2008 ਵਿੱਚ ਇੱਕ ਬਹੁਤ ਵੱਡਾ ਰਿਸੈਸ਼ਨ ਆਇਆ ਸੀ। ਇੱਕ ਟਾਈਮ ਐਸਾ ਆ ਗਿਆ ਸੀ ਕਿ ਸਮਝ ਨਹੀਂ ਆਉਂਦਾ ਸੀ ਕਿ ਕਰਨਾ ਕੀ ਹੈ। ਐਕਸਪੋਰਟ ਦਾ ਬਿਜ਼ਨਸ ਹੈ ਤੇ ਐਕਸਪੋਰਟ ਦੇ ਬਿਜ਼ਨਸ ਵਿੱਚ ਇੱਕਦਮ ਹੀ ਗਿਰਾਵਟ ਆ ਗਈ ਸੀ ਜਦ ਕਰੰਸੀਆਂ ਡਬਲ ਹੋ ਗਈ ਸੀ। ਸੋ ਕੰਮ ਬਿਲਕੁਲ ਰੁਕ ਗਿਆ ਸੀ। ਤਾਂ ਵੈਂਚਰਸ ਵਿੱਚ ਡਿਫਰੈਂਟ ਇੰਪੋਰਟਸ ਵੈਂਚਰਸ ਵਿੱਚ ਚਲੇ ਗਏ, ਉਹ ਵੀ ਨਹੀਂ ਚੱਲੇ। ਡਿਫਰੈਂਟ ਵੈਂਚਰਸ ਕਰਦੇ ਰਹੇ ਤੇ ਬਟ ਅਪਸ ਐਂਡ ਡਾਊਨ ਚੱਲਦੇ ਰਹੇ। ਅਪਸ ਐਂਡ ਡਾਊਨ ਹੋਣ ਦੇ ਨਾਲ ਇਹ ਸਿੱਖ ਲਿੱਤਾ ਕਿ ਖਾਲੀ ਨਹੀਂ ਬੈਠਣਾ। ਤੇ ਮੈਨੂੰ ਹੁਣੇ ਵੀ ਯਾਦ ਹੈ ਕਿ ਮੇਰਾ ਇੱਕ ਮੈਂਟੀ ਹੈਗਾ ਸੀ ਜਿਹਨੂੰ ਮੈਂ ਗਾਈਡੈਂਸ ਦਿੰਦਾ ਸੀ ਕਿ ਬਈ ਕਿਵੇਂ ਬਿਜ਼ਨਸ ਕਰਨਾ ਹੈ, ਕਿਵੇਂ। ਮੈਨੂੰ ਬੜਾ ਸ਼ੌਕ ਹੈ ਮੈਂਟਰ ਲੋਕਾਂ ਨੂੰ, ਯੰਗ ਬੱਚਿਆਂ ਨੂੰ ਮੈਂਟਰ ਕਰਨ ਦਾ, ਕਿ ਜਿਵੇਂ ਜਿਨ੍ਹਾਂ ਦੇ ਫਾਦਰ ਵਗੈਰਾ, ਜਿਨ੍ਹਾਂ ਦੇ
ਪੇਰੈਂਟਸ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਤੇ ਉਹ ਮੇਰੇ ਕੋਲ ਆਉਂਦੇ ਨੇ ਗਾਈਡੈਂਸ ਲੈਣ ਵਾਸਤੇ ਕਿ ਪਰਮੀਤ ਸਰ ਹਮ ਪਰਮੀਤ ਵੀਰ ਜੀ ਬੁਲਾਉਂਦੇ ਨੇ ਕਿ ਭਾਈ ਕਿਵੇਂ ਕਰਨਾ ਚਾਹੀਦਾ ਹੈ ਤੇ ਆਈ ਸਪੋਰਟ them ਕਿ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਪੈਸੇ ਬਰਬਾਦ ਨਹੀਂ ਕਰਨੇ, ਕਿਉਂਕਿ ਮੈਂ ਬੜੇ ਪੈਸੇ ਬਰਬਾਦ ਕੀਤੇ ਨੇ ਆਪਣੇ ਵੈਂਚਰਸ ਵਿੱਚ ਤੇ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਦੇ ਪੈਸੇ ਬਰਬਾਦ ਨਾ ਹੋਣ। ਤੇ ਇੱਕ ਸਮਾਂ ਇਸ ਤਰ੍ਹਾਂ ਆ ਗਿਆ ਸੀ ਮੈਂ ਕਾਫੀ ਢਿੱਲਾ ਪੈ ਗਿਆ ਸੀ ਕਿ ਭਾਈ ਹੁਣ ਲਾਈਫ ਵਿੱਚ ਸਭ ਕੁਝ ਪਾ ਲਿੱਤਾ ਹੈ, ਹੁਣ ਆਰਾਮ ਦੀ ਜ਼ਿੰਦਗੀ ਕਰੋ। तो एक मेरे मेंटी ने मैंने कहता सी परमीत जी अगर आप जैसे लोग खाली बैठ जाएंगे तो हमारा क्या होगा। सो मैंने वो वर्ड्स अज तक याद ने तो उस दिन तो बाद मैं पिछे मुड़ के नहीं देखा, मैं दोबारा तो अपनी जर्नी शुरू की। मैं सोसाइटी वास्ते अपने वास्ते तो कर ही रहा, सोसाइटी वास्ते काम करना शुरू किया और डिफरेंट सोशल कॉजेज़ विच डिफरेंट ऑर्गेनाइजेशनस पार्ट लिता तो अज इत्थे तक पहुँचे। यानी जिन्ना तुसी हुण तक मेरे नाल शेयर किया, साडे नाल शेयर किया अपने लाइफ एक्सपीरियंसिस नूं कि प्रायोरिटीज़ चेंज हुंदियां ने समय दे नाल। बिल्कुल, पहले जब तुसी जवान हुंदे हो तो सब तो पहले तुसी अपना एक कैरियर फ्यूचर बनाने की कोशिश करते हो, फिर तुहाडी विआह हो जाता है तो तुसी अपने बच्चों बारे, अपनी फैमिली बारे, अपने सिबलिंग्स बारे सोचते हो। फिर तुहाडे जब बच्चे बड़े हो जाते हैं तुहाडे एक स्टेबिलिटी आ जाती है कि हाँ हुण दाल रोटी दी उपर वाले ने पर लै लीती है, जिम्मेवारी लै लीती है। फिर तुसी चाहते हो कि हुण मैं सोसाइटी वास्ते कुछ करा, क्योंकि एक बहुत वड्डी कहावत है गिवर्स गेन। अगर तुसी सोसाइटी नूं नहीं दोगे ना तो वो सोसाइटी तुहाडे वास्ते कदी भी वापस मुड़ के नहीं आएगी, तुहाडे बच्चों नूं अगे मिलना औखा हो जाएगा। सो वो टाइम आया मैं सोसाइटी वास्ते काम करना शुरू कर दिता तो ए टाइम मतलब मैनू अज मैं सब तो हल्का फील कर रहा। पहले मैनू बहुत स्ट्रैस होता सी बट नाउ मैं बड़ा इंजॉय कर रहा अपनी करंट पीरियड बड़ा इंजॉय कर रहा। मार्केटिंग स्ट्रैटेजी की हुंदी है तुहाडी, नवे नवे आइडियाज़ ये किधरों आंदे हैं? नवे नवे आइडियाज़ आते हैं यंग लोगों नाल, नवे लोगों नाल उठन बैठन नाल, क्योंकि साढ़े लोगों का एक माइंड है ना इन्ना कुछ कर करके स्टैगनेंट हो गया। मेरे कोल मेरे 18 साल दे, 19 साल दे, 20 साल दे, 22 साल दे, मतलब छोटे छोटे मेरे यंग बच्चे मेरे दोस्त ने, मैं उन्होंने नाल कॉफ़ी पीन जाना, उन्होंने गाइडेंस देन जाना तो उन्होंने कोल आइडियाज़ मिल जाते हैं। वो आंदे तो मेरे को आइडिया ज्ञान लैन वास्ते ने, तो मैंने ज्ञान दे जाते हैं। मैं उन्होंने कभी दसदा नहीं कि हाँ भी मैं तेरे को लै लेता है, बट दे आर माई सोर्स ऑफ इंस्पीरेशन। जिवें तुसीं हुणी दस्सिया कि कोई ऐसा भी टाइम सी तुसीं 18 घंटे काम किया तो पर्सनल लाइफ या कुछ पर्सनल रिलेशनस किसी तरह की कंप्लेंट्स रही, कुछ सैक्रीफाइस तो करना पिया? 18 घंटे जब मैं काम करता सी वो मेरी मैरिड लाइफ स्टार्ट होने तो पहले सी। मैरिड लाइफ जब स्टार्ट हुई तो 12 घंटे से आ गई, 12 घंटे 14 घंटे से आ गई, बट वाइफ भी अंडरस्टैंड कर लेंदी है एंड मैं पूरा टाइम ही देंदा उन्होंने जब जो वीकेंड पर अपना पूरा टाइम देंदा, क्योंकि मेरे वास्ते आई एम अ वर्कोहॉलिक। अगर मैं काम नहीं कराँगा ना मैं बीमार पड़ जाऊँगा। सो मैं तो उन्होंने भी पता है कि अगर घर बह गया मेरा हस्बैंड तो बीमार पै जाएगा, इस वास्ते वो भी कहती है कोई गल नहीं तुसीं लगे रहो बस। यानी कह सकते हो कि उन्होंने तुहानूं इस तरह सपोर्ट किया? पूरा सपोर्ट किया, मतलब जेड़े कि अप्स एंड डाउनस आए मेरे काफ़ी नुकसान भी होए और मैं कई बार तकलीफा भी फसिया, हो जांदियां ने गलतियां, तो पूरा उन्हें सपोर्ट किया, उन्हें ही सपोर्ट किया कि नहीं कोई नहीं ये वेंचर नहीं तो अगला वेंचर सही। सो शी वॉज ऑलवेज विद मी। मतलब कहते हैं हर सफल इंसान के पिछे एक वूमन का हाथ होंदा है, सो मेरी वाइफ का पूरा सपोर्ट है मेरे नाल जी। डॉक्टर परमीत सिंह चड्ढा, पूछा जाए कोई डर है किसी तरह का? कोई डर सिर्फ एक अकाल पुरख का है, उस तो अलावा किसी का कोई डर नहीं है। बाकी परमात्मा कभी कोई इस तरह का गलत काम ना कराए कि किसी को डरना पे, इस तरह की कोई डर नहीं है जी। तो हुण तक दा सैटिस्फाइंग मोमेंट किहड़ा रहा तुहाडा? हुण तक दा सब तो सैटिस्फाइंग मोमेंट बहुत सारे रहे ने, जब भी मेरा कोई मेंटी है जिन्होंं मैं कोई गाइड किया है। और इनफैक्ट हफ्ते पहले ही एक मैनू मेरे मेंटी का फ़ोन आया कि परमीत सर मेरे को ना 1 3 लाख रुपए चाहिए। तो मैंने कहा यार तू इतना अच्छा बिजनेस कर रहा है, तू 3 लाख रुपए तेरे को क्यों चाहिए तेरे को? कह रहा है आपके पैसों से ना मैं जब कोई बिज़नेस शुरू करता हूँ तो मेरे को बरकत मिलती है। अच्छा। तो उन्हें मेरे को 3 लाख रुपए मंगे, मैं उन्होंने ट्रांसफ़र कर देते, तो कह रहा है मैं आपको 1 महीने बाद वापस कर दूंगा, सिर्फ इस 3 लाख रुपए से मैंने अपनी नई दुकान का बयाना देना है जी। तो दिस वॉज ए वेरी सैटिस्फाई। मैं दसिया अपनी वाइफ नूं क्यों, मैं कहा यार इस तरह उसने किया है। सो ही किवें लोग रिगार्ड देंदे ने कि भाई ही बड़े करोड़पति फैमिली का बेटा है, बट उन्हें मेरे को 3 लाख रुपए लेते है कि सिर्फ मैंने उन्हें मेरे पैसे तो अपनी नवी दुकान का एडवांस देना सी। सो अच्छा लगता है कि
ਪੈਸੇ ਤੇ ਅਸੀਂ ਬਹੁਤ ਕਮਾਏ ਨੇ ਬਟ ਇੱਜ਼ਤ ਕਮਾਈ ਹੈ। ਸੋ ਦਿਸ ਵਾਸ ਅ ਗ੍ਰੇਟ ਮੂਮੈਂਟ ਫॉर ਮੀ। ਇਹ ਰੀਸੈਂਟ ਮੂਮੈਂਟ ਹੈ। ਬਾਕੀ ਇਸ ਤਰ੍ਹਾਂ ਦੇ ਬਹੁਤ ਸਾਰੇ ਮੂਮੈਂਟਸ ਆਉਂਦੇ ਜਾਂਦੇ ਰਹਿੰਦੇ ਨੇ ਲਾਈਫ ਵਿੱਚ। ਬੀਇੰਗ ਅ ਸਿੱਖ ਐਂਟਰਪ੍ਰੈਨਿਓਰ, ਆਪਣੀ ਕਮਿਊਨਿਟੀ ਵਾਸਤੇ ਤੁਹਾਨੂੰ ਲੱਗਦਾ ਹੈ ਕਿ ਕੁਝ ਰਿਸਪੌਂਸਿਬਿਲਿਟੀ ਹੈ? ਇਸ ਤਰ੍ਹਾਂ ਬਹੁਤ ਰਿਸਪੌਂਸਿਬਿਲਿਟੀ ਹੈ ਕਿਉਂਕਿ ਅਸੀਂ ਦੇਣ ਵਾਲੀ ਕੌਮ ਹੈਗੇ ਹਾਂ। ਅਗਰ ਅਸੀਂ ਨੌਕਰੀ ਕਰਾਂਗੇ ਤੇ ਅਸੀਂ ਆਪਣੀ ਔਰ ਆਪਣੀ ਫੈਮਿਲੀ ਦਾ ਪੇਟ ਹੀ ਪਾਲ ਸਕਾਂਗੇ। ਤੇ ਜਿਵੇਂ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਦੇਣਾ ਹੈ, ਮਤਲਬ ਦੇਣ ਵਾਲੀ ਕੌਮ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਸਾਰਾ ਹਰ ਸਿੱਖ ਐਂਟਰਪ੍ਰੈਨਿਓਰ ਬਣੇ ਔਰ ਇੱਕ ਇੱਕ ਬੰਦਾ ਛੋਟੇ ਕੰਮ ਵਿੱਚ 5 ਬੰਦਿਆਂ ਨੂੰ ਨੌਕਰੀ ਦੇ, ਵੱਡਾ 50 ਨੂੰ ਦੇ, 100 ਨੂੰ ਦੇ। ਸੋ ਇਹੀ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਅਗਰ ਨੌਕਰੀ ਕਰੋਗੇ ਤੇ ਹੋ ਸਕਦਾ ਹੈ ਬੜੀ ਆਸਾਨ ਜ਼ਿੰਦਗੀ ਜੀ ਸਕਦੇ ਹੋ, ਬਟ ਤੁਸੀਂ ਆਪਣੀ ਕਮਿਊਨਿਟੀ ਵਾਸਤੇ, ਸੁਸਾਇਟੀ ਵਾਸਤੇ ਕੁਝ ਨਹੀਂ ਕਰ ਸਕਦੇ। ਐਂਟਰਪ੍ਰੈਨਿਓਰ ਬਣੋਗੇ ਤੇ ਤੁਸੀਂ ਕਾਫੀ ਲੋਕਾਂ ਦਾ ਭਲਾ ਕਰ ਸਕਦੇ ਜੀ। ਤੇ ਤੁਸੀਂ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਫਾਊਂਡਰ ਵੀ ਹੋ, ਪ੍ਰੈਜ਼ੀਡੈਂਟ ਵੀ ਹੋ। WSCC ਦੀ ਜ਼ਰੂਰਤ ਆਖਿਰ ਕਿਉਂ ਪਈ? ਕਿਸ ਸੋਚ ਨਾਲ ਇਸ ਦੀ ਸ਼ੁਰੂਆਤ ਹੋਈ ਸੀ? ਇਸ ਤਰ੍ਹਾਂ WSCC ਤੇ ਓਵਰਨਾਈਟ ਹੀ ਬਣਿਆ ਸੀ, ਬਟ ਇਹਦੀ ਹੋਂਦ ਜਿਹੜੀ ਹੈ ਉਹ ਕਈ ਸਾਲਾਂ ਤੋਂ ਮਾਈਂਡ ਵਿੱਚ ਚੱਲ ਰਹੀ ਸੀ। ਉਹ ਕਹਿੰਦੇ ਨੇ ਬੱਚਾ ਜਦ ਪੈਦਾ 9 ਮਹੀਨੇ ਬਾਅਦ ਹੁੰਦਾ ਹੈ, ਬਟ ਉਹਦੀ ਸ਼ੁਰੂਆਤ ਪਹਿਲੇ ਹੋ ਜਾਂਦੀ ਹੈ। ਮੈਂ ਐਜ਼ ਐਨ ਐਕਸਪੋਰਟਰ ਮੈਂ ਕਰੀਬ ਵਰਲਡ ਦੇ ਕਰੀਬ 30-35 ਦੇਸ਼ ਘੁੰਮਿਆ ਹੋਇਆ ਤੇ ਮੈਂ ਜਿੱਥੇ ਵੀ ਜਾਂਦਾ ਸੀ ਸਿੱਖ ਕਮਿਊਨਿਟੀ ਦੇ ਸਾਨੂੰ ਗੁਰਦੁਆਰੇ ਜ਼ਰੂਰ ਨਜ਼ਰ ਆਉਂਦੇ ਸੀ। ਬਟ ਇੱਕ ਪ੍ਰੋਬਲਮ ਆਉਂਦੀ ਸੀ ਕਿ ਅਗਰ ਮੰਨ ਲਓ ਕਦੀ ਕੋਈ ਸਾਨੂੰ ਕਿਸੇ ਕੰਟਰੀ ਵਿੱਚ ਕੋਈ ਪ੍ਰੋਬਲਮ ਆਉਂਦੀ ਸੀ ਤੇ ਮਤਲਬ ਅਸੀਂ ਕੋਈ ਕਿਸੇ ਦੀ ਮਦਦ ਨਹੀਂ ਮੰਗ ਸਕਦੇ ਸੀ। ਮਤਲਬ ਸਿੱਖ ਹੈਗੇ ਸੀ ਬਟ ਬਿਜ਼ਨਸ ਵਿੱਚ ਅਸੀਂ ਕੋਈ ਪ੍ਰੋਬਲਮ ਮਤਲਬ ਹੈਲਪ ਨਹੀਂ ਲੈ ਸਕਦੇ ਸੀ। ਹਾਂ, ਗੁਰਦੁਆਰੇ ਜਾ ਕੇ ਤੁਹਾਨੂੰ ਲੰਗਰ ਮਿਲ ਜਾਂਦਾ ਸੀ, ਰਹਿਣ ਦੀ ਜਗ੍ਹਾ ਮਿਲ ਜਾਂਦੀ ਸੀ। ਤੇ ਉਹ ਮੇਰੇ ਮਨ ਵਿੱਚ ਹਮੇਸ਼ਾ ਤਾਨ ਹੈਗੀ ਸੀ। ਅੱਛਾ, ਮੇਰੇ ਕੁਝ ਦੋਸਤ ਜੈਨੀ ਔਰ ਬਨੀਏ ਹੈਗੇ ਨੇ, ਉਹਨਾਂ ਦੀ ਜੈਨ ਕਮਿਊਨਿਟੀ ਦੀ ਆਰਗੇਨਾਈਜੇਸ਼ਨਸ ਹੈਗੀਆਂ ਨੇ, ਬਨੀਆ ਕਮਿਊਨਿਟੀ ਦੀ ਆਰਗੇਨਾਈਜੇਸ਼ਨਸ ਹੈਗੀਆਂ ਸੀ। ਮੈਂ ਹਮੇਸ਼ਾ ਦੇਖਦਾ ਕਿ ਸਾਡੇ ਸਿੱਖਾਂ ਦੀ ਕੋਈ ਆਰਗੇਨਾਈਜੇਸ਼ਨ ਵੀ ਨਹੀਂ ਹੈ। ਤੇ ਮੇਰੇ ਨਾਲ ਇੱਕ ਘਟਨਾ ਵੀ ਵਾਪਰੀ। ਮੈਂ ਕਿਸੇ ਬੜੇ ਵੱਡੇ ਜੈਨੀ ਦੇ ਦਫ਼ਤਰ ਦੇ ਬਾਹਰ ਬੈਠਾ ਹੋਇਆ ਸੀ ਤੇ ਸਾਡੇ ਨਾਲ ਇੱਕ ਯੰਗ ਬੱਚਾ ਜਿਹਾ ਮੁੰਡਾ ਹੈਗਾ ਸੀ ਤੇ ਅਸੀਂ ਦੋਨੋਂ ਅੰਦਰ ਜਾਣ ਦੀ ਵੇਟ ਕਰ ਰਹੇ ਸੀ। ਮੈਂ ਕੋਈ ਬਿਜ਼ਨਸ ਵਾਸਤੇ ਗਿਆ ਸੀ ਤੇ ਉਹ ਬੱਚਾ ਵੈਸੇ ਹੀ ਬੈਠਾ ਹੋਇਆ ਸੀ ਤੇ ਮੈਨੂੰ ਲੱਗਿਆ ਪਤਾ ਨਹੀਂ ਇਹ ਛੋਟਾ ਜਿਹਾ ਬੱਚਾ ਹੈ। ਉਹ ਜਿਹਨੂੰ ਅਸੀਂ ਮਿਲਣ ਗਏ, ਮੈਂ ਉਹਦਾ ਨਾਮ ਨਹੀਂ ਦੱਸ ਸਕਦਾ, ਉਹ ਬਹੁਤ ਹੀ ਹਾਈਫਾਈ ਬੰਦਾ ਸੀ, ਉਹ ਜੈਨੀ ਸੀ ਜੀ। ਤੇ ਉਸ ਬੱਚੇ ਨੇ ਮੇਰੇ ਨਾਲ ਗੱਲ ਕੀਤੀ, ਹੈਲੋ ਅੰਕਲ आओ क्या हो रहा है, क्योंकि जिमें बच्चे होंगे ने 18-19 साल के। मैं कहा बेटा तुम यहाँ क्या करने आए हो? कह रहे मेरी उनसे मीटिंग है। मैंने मजाक लग गया, मैं कहा वो कहाँ से उनसे मिलने आएगा? सो मेरी सैकटरी ने मैंने कहा सर आपको आधा घंटा लगेगा, अभी सर बिजी हैं। तो मैं वेट करता रहा। इन्हीं देर में लड़के के मोबाइल में एक SMS आया, यू कैन कम इन। तो उन्हें मैंने कहा कि सर मेरा टाइम आ गया, मैं अंदर जा रहा हूँ। तो वो अंदर चला गया। तो जदों अंदर गया तो ਮੈਨੂੰ ਬੜੀ ਹੈਰਾਨੀ ਹੋਈ। ਇੱਕ ਬੱਚਾ ਜਿਹੜਾ ਕਿ ਉਹ ਮੇਰੇ ਤੋਂ ਪਹਿਲੇ ਅੰਦਰ ਚਲਾ ਗਿਆ ਜਦਕਿ ਮੈਂ ਪਹਿਲੇ बैठा होया सी। तो अंदर मिल के आया, फिर उन्हें मैंने वापसी दसिया कि सर मैं फ़लाना ऑर्गेनाइजेशन का एक मेंबर हूँ। तो मैंने अपने ऑर्गेनाइजेशन में बोला था कि मुझे इंटर्नशिप करनी है जी। तो मेरा फटाफट उन्होंने अप्रूव कर दिता। तो उस तो मैंने एक होया कि जब एक जैनी बनिए कम्यूनिटी अपनी कम्यूनिटी वास्ते कर सकती है कि वाई नॉट असी करिए। तो फिर भी समझ नहीं आया सी करना की है। मैं भी काफ़ी चीज़ां ट्राई सोचता पिया सी की करिए किवें करिए, बट की करना सी वो समझ नहीं आया। लॉकडाउन होया, घर बह गए। मैनू हुणे याद है मैं 17 मार्च ਨੂੰ ਦਿੱਲੀ ਆਇਆ ਸੀ ਆਪਣੀ ਬਾਹਰ ਟੂਰ ਕੱਟ ਕੇ ਤੇ 22 ਮਾਰਚ ਨੂੰ ਲੌਕਡਾਊਨ ਹੋ ਗਿਆ। ਖਾਲੀ ਬੈਠੇ ਹੋਏ ਸੀ, ਬ੍ਰੇਨਸਟੋਰਮਿੰਗ ਕਰ ਰਹੇ ਸੀ ਤੇ ਇੱਕਦਮ ਆਈਡੀਆ ਆਇਆ ਕਿ ਚੈਂਬਰ ਆਫ ਕਾਮਰਸ ਖੋਲ੍ਹਦੇ। ਬਸ ਅਸੀਂ ਲੌਕਡਾਊਨ ਨੂੰ ਇੰਨਾ ਯੂਜ਼ ਕੀਤਾ, 18 ਘੰਟੇ, 16 ਘੰਟੇ, 15 ਘੰਟੇ ਅਸੀਂ ਜ਼ੂਮ ਮੀਟਿੰਗਸ ਕੀਤੀ। ਕਰੀਬ 22 ਦੇਸ਼ਾਂ ਤੋਂ ਅਸੀਂ ਅੱਜ 1400 ਮੈਂਬਰਸ ਜੋੜ ਲਿੱਤੇ ਨੇ। ਹੁਣ ਸਾਡੀ ਫਿਜ਼ੀਕਲ ਮੀਟਿੰਗਸ ਵੀ ਹੁੰਦੀਆਂ ਨੇ ਔਰ ਕਈ ਕਰੋੜਾਂ ਰੁਪਏ ਦਾ ਕਾਰੋਬਾਰ ਵੀ ਸਾਡੇ ਆਰਗੇਨਾਈਜੇਸ਼ਨ ਵਿੱਚ ਹੋ ਰਿਹਾ। ਐਂਡ ਮੈਂ ਪ੍ਰਾਊਡਲੀ ਕਹਾਂਗਾ ਦਿਸ ਇਜ਼ ਦਾ ਫਰਸਟ ਹਾਈਬ੍ਰਿਡ ਸਿੱਖ ਨੈਟਵਰਕਿੰਗ ਪਲੇਟਫਾਰਮ ਇਨ ਦਾ ਵਰਲਡ। ਸੋ ਸਾਨੂੰ ਅੱਜ ਬੜੀ ਖੁਸ਼ੀ ਹੈ 1.5-2 ਸਾਲ ਦੇ ਅੰਦਰ ਅਸੀਂ ਇੱਕ ਇੰਨਾ ਵੱਡਾ ਪਲੇਟਫਾਰਮ ਖੜਾ ਕਰ ਲਿੱਤਾ ਹੈ। ਔਰ ਸਭ ਤੋਂ ਅੱਛੀ ਗੱਲ ਹੈ ਅਸੀਂ ਅੱਜ ਤੱਕ ਕਿਸੇ ਮੈਂਬਰ ਕੋਲ 1 ਰੁਪਿਆ ਨਹੀਂ ਲਿੱਤਾ ਤੇ ਅਸੀਂ ਇੱਕ ਆਪਣੀ ਸੁਸਾਇਟੀ ਨੂੰ ਇਸ ਤਰ੍ਹਾਂ ਗਿਵ ਬੈਕ ਕਰਦੇ ਪਏ ਹਾਂ ਜੀ। ਬਹੁਤ ਚੰਗਾ। ਮਤਲਬ WSCC ਦਾ ਮਕਸਦ ਇਹੀ ਸੀ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕੀਤਾ। ਤੇ ਅੱਗੇ ਹੁਣ ਕਿਸ ਤਰ੍ਹਾਂ ਫਿਊਚਰ ਦੀਆਂ ਕੁਝ ਪਲੈਨਿੰਗਸ ਕੀ ਹੈ ਇਹਦੀਆਂ? ਫਿਊਚਰ ਦੀ ਪਲੈਨਿੰਗ ਇਸ ਤਰ੍ਹਾਂ ਹੈ ਜੀ, ਹੁਣ ਇਹ WSCC ਵਰਲਡ ਦੇ ਹਰ ਕੋਨੇ ਵਿੱਚ ਪਹੁੰਚੇਗਾ ਜੀ। ਇੰਡੀਆ ਦੇ ਹਰ ਸਿਟੀ ਸ਼ਹਿਰ ਦੇ ਅੰਦਰ ਪਹੁੰਚੇਗਾ। ਔਰ ਅਸੀਂ ਜਿਵੇਂ ਵੀ ਅਗਰ ਕਿਸੇ ਨੂੰ ਕੋਈ ਬਿਜ਼ਨਸ ਵਿੱਚ ਕੋਈ ਹੈਲਪ ਚਾਹੀਦੀ ਹੈ ਕਿਸੇ ਵੀ ਸਿਟੀ ਵਿੱਚ ਤੇ ਉਹ
ਇਸ ਆਰਗੇਨਾਈਜੇਸ਼ਨ ਨੂੰ ਕੰਟੈਕਟ ਕਰਕੇ, ਕਿਉਂਕਿ ਸਾਡੇ ਮੈਂਬਰ 2022 ਐਂਡ ਤੱਕ ਲਗਭਗ ਪੂਰੇ ਵਰਲਡ ਦੇ ਹਰ ਕੋਨੇ ਵਿੱਚ, ਹਰ ਸਿਟੀ ਦੇ ਅੰਦਰ ਹੋਣਗੇ, ਤੇ ਉਹ ਕਨੈਕਟ ਕਰਕੇ ਆਪਣਾ ਬਿਜ਼ਨਸ ਵਧਾ ਸਕਦਾ ਹੈ। ਜੀ, ਤੁਹਾਡਾ ਇੱਕ ਟਿਪੀਕਲ ਡੇ ਕਿਹੜਾ ਹੁੰਦਾ ਹੈ? ਟਿਪੀਕਲ ਡੇ ਮੀਨਸ ਟਿਪੀਕਲ ਡੇ ਤੁਹਾਡੇ ਮੁਤਾਬਕ ਕਿ ਹਾਂ ਇਹ ਮੇਰਾ ਦਿਨ ਹੈ। ਜਿਸ ਦਿਨ ਸਵੇਰੇ 11 ਵਜੇ ਤੋਂ ਲੈ ਕੇ 8 ਵਜੇ ਤੱਕ ਰਾਤ ਬੈਕ ਟੂ ਬੈਕ ਮੀਟਿੰਗਸ ਉਹ ਮੇਰਾ ਡੇ, ਔਰ ਉਹ ਮੈਂ ਇੰਜੋਏ ਕਰਦਾ। ਮਤਲਬ ਇਹ ਤੁਹਾਡਾ ਟਿਪੀਕਲ ਡੇ ਹੋ ਗਿਆ। ਹਾਂ, ਇਹ ਟਿਪੀਕਲ ਮੇਰਾ ਡੇ ਹੈ। ਹਾਂ, ਜਿਸ ਦਿਨ ਕੋਈ ਕੰਮ ਨਾ ਹੈ, ਖਾਲੀ ਬੈਠੇ ਹੋ, ਉਹ ਮੇਰੇ ਵਾਸਤੇ ਇੱਕ ਵੇਸਟ ਹੋ ਗਿਆ ਮੇਰਾ ਦਿਨ। ਅੱਛਾ, ਇਸ ਤਰ੍ਹਾਂ ਹੁੰਦਾ ਨਹੀਂ ਹੈ। ਅਗਰ ਮੈਂ ਕਦੀ ਖਾਲੀ ਵੀ ਬੈਠਾ ਤਾਂ ਮੈਂ ਆਪਣਾ ਟਾਈਮ ਕਿਤੇ ਨਾ ਕਿਤੇ ਰੁਝਾਨ ਕਿਤੇ ਹੋਰ ਲੈ ਜਾਂਦਾ। ਜੀ, ਹਰ ਇੱਕ ਇਨਸਾਨ ਦੇ ਜੀਵਨ 'ਚ ਜ਼ਰੂਰ ਇਸ ਤਰ੍ਹਾਂ ਦੀ ਥਾਟ ਆਉਂਦੀ ਹੈ ਕਿ ਕਾਸ਼ ਮੈਂ ਇਹ ਕਰ ਲਿਆ ਹੁੰਦਾ ਪਿੱਛੇ ਜਾ ਕੇ ਥੋੜ੍ਹਾ ਜਿਹਾ। ਅਗਰ ਤੁਹਾਨੂੰ ਮੌਕਾ ਮਿਲੇ ਪਿੱਛੇ ਜਾ ਕੇ ਕੁਝ ਬਦਲਣ ਦਾ, ਤੇ ਕੁਝ ਹੈ ਤੁਹਾਡੇ ਮਾਈਂਡ 'ਚ, ਕੀ ਕਰਨਾ ਚਾਹੋਗੇ ਤੁਸੀਂ? ਅਗਰ ਮੈਨੂੰ ਇਹ ਮੌਕਾ ਮਿਲਦਾ ਤੇ ਸ਼ਾਇਦ ਮੈਂ ਮੋਟੀਵੇਸ਼ਨ, ਜਿਹੜੀ ਲੇਟ ਮੋਟੀਵੇਸ਼ਨ ਸੁਣਨੀ ਪੜ੍ਹਨੀ ਜੀ ਲੇਟ ਸ਼ੁਰੂ ਕੀਤੀ ਹੈ, ਤੇ ਮੈਂ ਉਹ ਥੋੜ੍ਹਾ ਜਲਦੀ ਸ਼ੁਰੂ ਕਰ ਦਿੰਦਾ। ਜਿਹੜੀ ਕਿਤਾਬਾਂ ਪੜ੍ਹਨੀਆਂ ਲੇਟ ਸ਼ੁਰੂ ਕੀਤੀਆਂ ਨੇ ਉਹ ਪਹਿਲੇ ਕਰ ਲੈਂਦਾ। ਤੇ ਜਿਹੜੀ ਮੈਂ ਗਲਤੀਆਂ ਕੀਤੀਆਂ ਨੇ, ਕਿਉਂਕਿ ਅੱਜ ਮੈਨੂੰ ਪਤਾ ਹੈ ਕਿ ਇਹ ਮੈਂ ਕਰ ਰਿਹਾ ਤੇ ਮੈਨੂੰ ਇਹ ਗਲਤੀ ਹੋਏਗੀ, ਕਿਉਂਕਿ ਮੈਂ ਇਹ ਬੁੱਕਸ ਔਰ ਮੋਟੀਵੇਸ਼ਨ ਤੋਂ ਸਿੱਖਿਆ ਹੈ। ਸੋ ਅਗਰ ਮੈਨੂੰ ਮੌਕਾ ਮਿਲੇ ਤਾਂ ਮੈਂ ਪਹਿਲੇ ਜਾ ਕੇ ਥੋੜ੍ਹਾ ਪੜ੍ਹਨਾ ਔਰ ਵੀਡੀਓਜ਼ ਦੇਖਣਾ ਜ਼ਿਆਦਾ ਪਸੰਦ ਕਰਾਂਗਾ। ਤੇ ਅੱਜ ਦੀ ਯੰਗ ਜਨਰੇਸ਼ਨ ਲਈ, ਯੰਗ ਐਂਟਰਪ੍ਰੀਨਿਓਰਸ ਹੈ ਜੋ ਬਣਨਾ ਚਾਹੁੰਦੇ ਨੇ, ਉਹਨਾਂ ਲਈ ਕੋਈ ਕੀ ਕਹਿਣਾ ਚਾਹੋਗੇ? ਕੋਈ ਮੈਸੇਜ ਤੁਹਾਡੀ ਆਪਣੀ ਲਾਈਫ ਦੇ ਐਕਸਪੀਰੀਅੰਸ ਤੋਂ ਉਹਨਾਂ ਨੂੰ ਕੀ ਦੱਸਣਾ ਚਾਹੋਗੇ? ਮੈਂ ਅੱਜ ਦੇ ਜਿੰਨੇ ਵੀ ਯੂਥ ਹੈ ਉਹਨਾਂ ਨੂੰ ਇਹੀ ਕਹਾਂਗਾ ਕਿ ਜਿਵੇਂ ਅੱਜ ਸੋਸ਼ਲ ਮੀਡੀਆ ਜੀ ਦੀ ਤੇ ਨਾ ਸਭ ਕੁਝ ਬੜੀ ਫਾਸਟ ਹੈ। ਸੋਸ਼ਲ ਮੀਡੀਆ ਔਰ ਐਕਚੁਅਲ ਲਾਈਫ ਵਿੱਚ ਬਹੁਤ ਫਰਕ ਹੈ। ਪਹਿਲੀ ਗੱਲ ਤੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ, ਕਿਉਂਕਿ ਲੋਕੀ ਕੀ ਕਰਦੇ ਨੇ, ਉਹ ਕਹਿੰਦੇ ਨੇ ਨਾ ਦੂਜੇ ਦਾ ਘਰ ਦੇਖ ਕੇ ਆਪਣਾ ਘਰ ਚਲਾ ਰਹੇ ਨੇ। ਲੋਕੀ ਕੀ ਕਰਦੇ ਨੇ ਕਿ ਜੀ ਉਹਦੇ ਕੋਲ ਗੱਡੀ ਹੈ ਤੇ ਇਹ ਗੱਡੀ ਹੈ, ਇਸ ਤਰ੍ਹਾਂ ਦੇ ਕੱਪੜੇ ਪਾ ਰਿਹਾ, ਤੇ ਉਹ ਕੀ ਕਰ ਰਹੇ ਨੇ, ਉਹ ਚਾਹੇ ਕਰਜ਼ਾ ਲੈ ਕੇ, ਕ੍ਰੈਡਿਟ ਕਾਰਡ ਸਵਾਈਪ ਕਰਕੇ, ਆਪਣੇ ਫੈਮਿਲੀ ਦੇ ਪ੍ਰੈਸ਼ਰ ਪਾ ਕੇ ਉਹ ਆਪਣੀ ਇੱਕ ਲਾਈਫ ਨੂੰ ਬਰਡਨ 'ਤੇ ਲੈ ਕੇ ਆ ਰਹੇ ਨੇ। ਦੂਜਾ ਮੈਂ ਕਹਿਣਾ ਚਾਹਾਂਗਾ ਕਿ ਇੰਨੀ ਆਸਾਨ ਲਾਈਫ ਇਹ ਜਿਹੜੀ ਸਾਨੂੰ ਪਰਮਾਤਮਾ ਨੇ ਲਾਈਫ ਦਿੱਤੀ ਹੈ ਨਾ, ਗੇਮ ਆਫ ਚੈਸ ਦਿੱਤੀ ਹੈ, ਤੇ ਸਾਨੂੰ ਬੜਾ ਸਬਰ ਰੱਖਣਾ ਪਏਗਾ। ਚਲਦੇ ਰਹਿਣਾ ਹੈ, ਮਤਲਬ ਅਪਸ ਐਂਡ ਡਾਊਨ ਲਾਈਫ ਵਿੱਚ ਆਉਣਗੀਆਂ, ਤੁਸੀਂ ਕੰਟੀਨਿਊ ਕਰਦੇ ਜਾਓ, ਆਪਣੇ ਉੱਪਰ ਵਾਲੇ 'ਤੇ ਭਰੋਸਾ ਰੱਖੋ ਔਰ ਕੀਪ ਮੂਵਿੰਗ, ਕੀਪ ਗੋਇੰਗ ਔਨ, ਤਾਂ ਤੁਹਾਨੂੰ ਸਫਲਤਾ ਵੀ ਮਿਲੇਗੀ। ਔਰ ਆਪਣੀ ਲਾਈਫ ਵਿੱਚ ਜ਼ਰੂਰ ਮੈਂਟਰ ਰੱਖੋ। ਮੈਂਟਰ ਚਾਹੇ ਤੁਹਾਡਾ ਫਾਦਰ ਹੋਏ, ਚਾਹੇ ਤੁਹਾਡਾ ਕੋਈ ਵੱਡਾ ਭਰਾ ਹੋਏ, ਔਰ ਉਸ 'ਤੇ ਫੇਥ ਰੱਖੋ ਕਿ ਉਹ ਤੁਹਾਨੂੰ ਜੋ ਗਾਈਡ ਕਰ ਰਿਹਾ ਹੈ, ਤੁਹਾਨੂੰ ਅਗਰ ਗੁੱਸਾ ਵੀ ਕਰ ਰਿਹਾ ਹੈ, ਤੁਹਾਨੂੰ ਡਾਂਟ ਰਿਹਾ ਹੈ, ਔਰ ਅਗਰ ਕਈ ਵਾਰ ਥੱਪੜ ਵੀ ਮਾਰ ਰਿਹਾ ਹੈ, ਤੇ ਉਹ ਤੁਹਾਡੇ ਭਲੇ ਵਾਸਤੇ ਕਰ ਰਿਹਾ ਹੈ। ਤੇ ਜਦ ਲਾਈਫ ਵਿੱਚ ਨਾ ਮੈਨੂੰ ਯਾਦ ਹੈ ਕਿ ਮੇਰੇ ਫਾਦਰ ਜਦ ਮੈਨੂੰ ਬਚਪਨ ਵਿੱਚ ਡਾਂਟਦੇ ਹੁੰਦੇ ਸੀ ਨਾ, ਜਦ ਮੈਂ 12ਵੀਂ ਤੋਂ ਬਾਅਦ ਹੈਗਾ ਸੀ, ਮੈਨੂੰ ਲੱਗਦਾ ਸੀ ਮੈਂ ਬੜਾ ਹੋ ਗਿਆ, ਤੇ ਉਹ ਡਾਂਟਦੇ ਹੁੰਦੇ ਸੀ ਕਿ ਇਹ ਗਲਤ ਹੋ ਰਿਹਾ, ਇਹ ਨਹੀਂ। ਤੇ ਉਸ ਟਾਈਮ ਮੈਨੂੰ ਲੱਗਦਾ ਸੀ ਕਿ ਮੈਂ ਹੁਣ ਵੱਡਾ ਹੋ ਗਿਆ ਤੇ ਇਹ ਕਿਉਂ ਮੈਨੂੰ ਫਾਦਰ ਇਸ ਤਰ੍ਹਾਂ ਕਹਿ ਰਹੇ ਨੇ। ਬਟ ਅੱਜ ਮੈਨੂੰ ਉਹ ਲੱਗਦਾ ਹੈ ਕਿ ਅਗਰ ਉਹ ਉਸ ਟਾਈਮ ਨਾ ਕਹਿੰਦੇ ਤੇ ਮੈਂ ਅੱਜ ਇੱਥੇ ਨਹੀਂ ਪਹੁੰਚਦਾ। ਮਤਲਬ ਮੈਂ ਜਿੱਥੇ ਵੀ ਪਹੁੰਚਿਆ, ਉਹ ਆਪਣੇ ਪੇਰੈਂਟਸ ਔਰ ਆਪਣੇ ਫਾਦਰ ਸਾਹਿਬ ਦੀ ਮੈਨੂੰ ਜੋ ਉਹਨਾਂ ਨੇ ਮੈਨੂੰ ਸਿਖਾਇਆ ਔਰ ਜੋ ਮੈਨੂੰ ਡਾਂਟਿਆ, ਮੈਂ ਅੱਜ ਇੱਥੇ ਤੱਕ ਪਹੁੰਚ ਪਾਇਆ, ਕਿਉਂਕਿ ਮੇਰੀ ਲਾਈਫ ਦੇ ਉਹੀ ਮੇਰੇ ਮੈਂਟਰ ਸੀ। ਤੇ ਇਸ ਵਾਸਤੇ ਜੋ ਵੀ ਤੁਹਾਨੂੰ ਮੈਂਟਰ ਮਿਲਦਾ ਹੈ, ਚਾਹੇ ਤੁਹਾਨੂੰ ਆਪਣੇ ਫਾਦਰ ਸਾਹਿਬ ਕੋਲ ਸਿੱਖੋ, ਆਪਣੇ ਵੱਡੇ ਭਰਾ ਕੋਲ ਸਿੱਖੋ, ਕੋਈ ਗੁਰੂ ਜ਼ਰੂਰ ਰੱਖੋ, ਉਹੀ ਤੁਹਾਨੂੰ ਅੱਗੇ ਤੱਕ ਪਹੁੰਚਾਏਗਾ। ਜੀ, ਸਿੱਖੀਜ਼ਮ ਦੀ ਅਗਰ ਆਪਾਂ ਗੱਲ ਕਰੀਏ, ਆਪਾਂ ਗੁਰਬਾਣੀ ਦੀ ਜਦੋਂ ਗੱਲ ਕਰਦੇ ਹਾਂ, ਗੁਰਬਾਣੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਸ ਤਰ੍ਹਾਂ ਅਸੀਂ ਗੁਰਬਾਣੀ ਨੂੰ ਨਾ ਥੋੜ੍ਹਾ ਜਿਆਦਾ ਉਹ 4 ਕਮਰਿਆਂ ਦੇ ਅੰਦਰ ਨਾ ਬੰਦ ਕਰ ਲਿੱਤਾ ਹੈ, ਇੱਕ ਮਤਲਬ ਕਮਰੇ ਦੇ ਅੰਦਰ ਬੰਦ ਕਰ ਲਿੱਤਾ ਹੈ। ਗੁਰਬਾਣੀ ਇੱਕ ਗਿਆਨ ਦਾ ਸਾਗਰ ਹੈ। ਜਿਵੇਂ ਅਸੀਂ ਅੱਜ ਕਿਸੇ ਵੱਡੇ ਇੰਗਲਿਸ਼ ਆਥਰ ਦੀ ਬੁੱਕ ਪੜ੍ਹਦੇ ਹਾਂ, ਤੇ ਉਹਨਾਂ ਨੇ ਨਾ ਆਪਣਾ ਗਿਆਨ ਨੂੰ ਪਕੜ ਕੇ ਨਹੀਂ ਰੱਖਿਆ ਹੋਇਆ। ਚਾਹੇ ਤੁਸੀਂ ਕਿਸੇ ਵੀ ਆਥਰ ਨੂੰ ਪਕੜੋ, ਉਹਨਾਂ ਦੀ ਕਿਤਾਬ 100 ਸਾਲ ਪੁਰਾਣੀ ਹੈ, ਉਹ ਇੱਕ ਕਿਤਾਬ ਦੇ ਕਈ ਮਿਲੀਅਨ ਔਰ ਬੁੱਕਸ ਫ੍ਰੀ ਵੰਡੀ ਜਾ ਰਹੀਆਂ ਨੇ, ਔਰ ਉਸ ਵਿੱਚ ਉਹ ਗਿਆਨ ਲੋਕੀ ਲੈ ਰਹੇ ਨੇ। ਅਸੀਂ ਕੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਆਪਣੇ ਗਿਆਨ ਨੂੰ ਇੰਨਾ ਰਿਜਿਡ ਕਰਕੇ ਨਾ ਪਕੜ ਕੇ ਰੱਖ ਲਿੱਤਾ ਹੈ। ਤੇ ਹਲਕਾ ਜਿਹਾ ਅਸੀਂ ਅਗਰ ਉਸ ਗਿਆਨ ਨੂੰ ਅਸੀਂ ਮਾਡਰਨ ਤਰੀਕੇ ਨਾਲ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਮੰਨ ਲਓ ਕਿਸੇ ਨੇ ਕੋਈ ਬਾਣੀ ਨੂੰ ਕੋਸ਼ਿਸ਼ ਕੀਤੀ ਕੋਈ ਟਰਾਂਸਲੇਟ ਕਰਨ ਦੀ, ਤੇ ਹਲਕੀ ਜਿਹੀ ਗਲਤੀ ਹੋ ਜਾਂਦੀ ਹੈ ਨਾ, ਉਹ ਉਹਦੇ ਪਿੱਛੇ ਪੈ ਜਾਂਦੇ ਨੇ। ਤੇ ਗਿਆਨ ਤੇ ਦੇਖੋ ਐਂਡਲੈਸ ਹੈ, ਜਿਹਨੂੰ ਜਿੰਨਾ ਸਮਝ ਆ ਰਿਹਾ ਹੈ ਉਹ
ਉਸ ਗਿਆਨ ਨੂੰ ਉਵੇਂ ਯੂਜ਼ ਕਰੇਗਾ। ਸੋ ਨਾਓ ਅਸੀਂ ਜਦ ਦੇਖੋ, ਮੈਂ ਜਦ ਇੰਨੀ ਸਾਰੀ ਕਿਤਾਬਾਂ ਪੜ੍ਹੀਆਂ, ਉਹਨਾਂ ਵਿੱਚ ਜੋ ਗਿਆਨ ਬੋਲਿਆ ਗਿਆ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਵੀ 550 ਸਾਲ ਪਹਿਲੇ ਬੋਲਿਆ ਗਿਆ। ਮਤਲਬ ਮੈਂ ਉਹਦੀ ਇੱਕ ਕੰਪੈਰੀਟਿਵ ਸਟੱਡੀ ਆਪਣੇ ਹਿਸਾਬ ਨਾਲ ਕਰਦਾ ਪਿਆ। ਇਹ ਨਹੀਂ ਕਿ ਕਿਉਂਕਿ ਮੈਨੂੰ ਪਤਾ ਹੈ ਮੈਂ ਅਗਰ ਓਪਨ ਕਰਾਂਗਾ ਨਾ, ਤੇ ਹੋਏਗਾ ਕਿ ਮੇਰੇ ਪਿੱਛੇ ਹੀ ਲੋਕ ਪੈ ਜਾਣਗੇ ਕਿ ਤੁਸੀਂ ਇਹ ਕਰ ਰਹੇ ਹੋ, ਉਹ ਕਰ ਰਹੇ ਹੋ। ਸੋ ਉਹ ਕੰਪੈਰੀਟਿਵ ਸਟੱਡੀ ਮੈਂ ਆਪਣੇ ਵਾਸਤੇ ਰੱਖ ਰਿਹਾ ਕਿ ਅਗਰ ਮੰਨ ਲਓ ਇਸ ਆਥਰ ਨੇ ਇਹ ਗੱਲ ਕਹੀ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ 550 ਸਾਲ ਪਹਿਲੇ ਇਹ ਗੱਲ ਕਹੀ ਸੀ, ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਵੀ ਇੱਕ ਵਾਰ ਪੂਰੇ ਦਰਸ਼ਨ ਕੀਤੇ ਹੋਏ ਨੇ। ਸੋ ਔਰ ਮੈਂ ਰੈਗੂਲਰ ਜਿੰਨਾ ਮੈਨੂੰ ਟਾਈਮ ਮਿਲਦਾ ਹੈ ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ, ਤੇ ਐਂਡਲੈਸ ਹੈ। ਪਰ ਅਸੀਂ ਲੋਕਾਂ ਨੇ ਕੀ ਕੀਤਾ ਹੋਇਆ, ਉਹਨੂੰ ਨਾ ਸਵੇਰੇ ਮੱਥਾ ਟੇਕਣ 'ਤੇ ਹੀ ਸੀਮਿਤ ਰੱਖਿਆ ਹੋਇਆ। ਇਹ ਸਾਡਾ ਇੱਕ ਬੜਾ ਡਰਾਬੈਕ ਹੈ, ਜਦਕਿ ਸਾਨੂੰ ਉਹਨੂੰ ਐਕਸਪਲੋਰ ਕਰਨਾ ਚਾਹੀਦਾ ਸੀ। ਤੇ ਤੁਹਾਨੂੰ ਅਗਰ ਗੁਰਬਾਣੀ ਦੀ ਗੱਲ ਅਸੀਂ ਕਰ ਹੀ ਰਹੇ ਹਾਂ, ਕੁਝ ਕੋਈ ਐਸਾ ਖਾਸ ਸ਼ਬਦ ਜੋ ਹਮੇਸ਼ਾ ਤੁਹਾਡੇ ਦਿਲ ਦਿਮਾਗ 'ਚ ਰਹਿੰਦਾ ਹੋਵੇ, ਲੱਗਦਾ ਹੋਵੇ ਤੁਹਾਨੂੰ ਕਿ ਹਾਂ ਇਹ ਮੈਨੂੰ ਬਹੁਤ ਅੰਦਰੋਂ ਸਟਰੈਂਥ ਦੇ ਰਿਹਾ? ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਨਾ ਜਿਹੜੀ ਸਭ ਤੋਂ ਜਪਜੀ ਸਾਹਿਬ ਤੋਂ ਬਾਅਦ ਇੱਕ ਸਭ ਤੋਂ ਪਹਿਲੀ ਤੁਕ ਆਉਂਦੀ ਹੈ, ਕਸਤੂਰ ਕੁੰਗੂ ਅਗਰ ਚੰਦ। ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਦੁਨੀਆ ਦੀ ਸਾਰੀ ਦੌਲਤ ਤੁਹਾਡੇ ਕੋਲ ਹੋਏ, ਕਮਾਓ, ਜੀ ਸਦਕੇ ਹੋ ਕੇ ਤੁਸੀਂ ਉਹ ਸਾਰੀ ਦੌਲਤ ਕਮਾਓ, ਬਟ ਉਹ ਜਿਹੜੀ ਦੌਲਤ ਹੈ ਨਾ, ਦੌਲਤ ਹੁੰਦੇ ਹੋਏ ਤੁਸੀਂ ਨਾ ਗੁਰੂ ਸਾਹਿਬ ਨੂੰ ਨਾ ਭੁੱਲੋ। ਤੋ ਉਹ ਤੁਕ ਮੈਨੇ ਆਪਣੇ ਮਨ ਵਿੱਚ ਬਿਠਾਈ ਹੋਈ ਹੈ। ਮਤਲਬ ਮੈਂ ਮਿਹਨਤ ਆਪਣੀ ਪੂਰੀ ਕਰਦਾ, ਬਟ ਉਹ ਸਭ ਕੁਝ ਹੁੰਦੇ ਹੋਏ ਵੀ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਅਸੀਂ ਸੁਸਾਇਟੀ ਨੂੰ ਦੇਣ ਵਾਸਤੇ ਤੇ ਗੁਰੂ ਸਾਹਿਬ ਨੂੰ ਯਾਦ ਹਮੇਸ਼ਾ ਕਰਦੇ ਰਹਿੰਦੇ ਹਾਂ। ਪ੍ਰਾਊਡ ਸਿੱਖ ਐਂਟਰਪ੍ਰੈਨਿਓਰ ਦੇ ਅੱਜ ਦੇ ਸਫ਼ਰ 'ਚ ਬਸ ਇੰਨਾ ਹੀ। ਡਾਕਟਰ ਪਰਮੀਤ ਸਿੰਘ ਚੱਡਾ ਜੀ ਨੂੰ ਬਹੁਤ-ਬਹੁਤ ਧੰਨਵਾਦ, ਤੇ ਸਭ ਨੂੰ ਸਤਿ ਸ੍ਰੀ ਅਕਾਲ। ਮੈਂ ਗਲੋਬਲ ਮਿਡਾਸ ਫਾਊਂਡੇਸ਼ਨ ਦੇ ਜਿਹੜੇ ਚੇਅਰਮੈਨ ਹੈਗੇ ਨੇ ਸਰਦਾਰ ਇੰਦਰਪ੍ਰੀਤ ਸਿੰਘ ਜੀ, ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਦੇਣਾ ਚਾਹੁੰਦਾ ਕਿ ਉਹ ਇੰਨਾ ਚੰਗਾ ਸੁਚੱਜਾ ਕੰਮ ਕਰਦੇ ਪਏ ਨੇ, ਔਰ ਮੈਂ ਆਪਣੇ ਔਰ ਆਪਣੀ ਪੂਰੀ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੀ ਟੀਮ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈ, ਔਰ ਰੱਬ ਅੱਗੇ ਦੁਆ ਕਰਾਂਗਾ ਕਿ ਉਹ ਚੜ੍ਹਦੀ ਕਲਾ ਵਿੱਚ ਇਸੇ ਤਰ੍ਹਾਂ ਹੋਰ ਵਧੀਆ ਕੰਮ ਕਰਨ, ਤਾਂ ਕਿ ਸਿੱਖ ਕੌਮ ਇਕੱਠੇ ਹੋ ਕੇ ਅੱਗੇ ਵੱਧ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।